चहै हम पंथ पर हैं करी। दीजिए रजाए ना विलंब को लगीजिए। चलियो अब चाहे हम पंथ पर हैं करी। दीजिए रजाए ना विलंब को लगीजिए। सतनाम सिरे वाहेगुरु जी। बंधना को लेती बंधता को देत जन। प्रीत लेत देत है प्रतीत सुख सेत है। पाओ और लेती बड़ो पर पाओ देते आप। निर्गुण पद देत गुण देख लेत है। थोड़ी जई पेट लेत जन्म की अपेट देत। सतगुर नानक जी कर नानकेत है। हंता लेत दासन की ब्रह्म देत और। मान लेत चरण में मुकत को देत है। एकांकार सतगुरु ते प्रसाद सच होई। वाहेगुरु जी के फतेह विघ्न विनाशन। सोई। वाहेगुरु जी के फतेह विघ्न विनाशन। सोई। वाहेगुरु जी का खालसा वाहेगुरु जी की फतेह। परम सत्कार जोग गुरु रूप खालसा साध संगत जी। जितने भी माई भाई नेमी प्रेमी दूरों नेड़ों चल करके महापुरखों के पवित्र पावन ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਕਰ ਕਰਨ ਦੀ ਖੇਚਲ ਕਰੋ। ਭਗਤ ਵਿਸ਼ਲ ਪਤਤ ਪਾਵਨ ਦੀਨਾ ਬੰਧੂ ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ। ਜਿਸ ਵਕਤ ਮੱਕੇ ਔਰ ਮਦੀਨੇ ਦੇ ਵਿੱਚ ਰਹਿਣ ਵਾਲੇ ਜੋ ਵੀ ਚਾਹੇ ਕੋਈ ਕਾਜੀ ਹੈ, ਮੌਲਾਨਾ ਹੈ ਜਾਂ ਫਿਰ ਹਾਜ਼ੀ ਸਨ, ਸਾਰਿਆਂ ਨੂੰ ਇਸ ਹਕੀਕਤ ਦੇ ਬਾਰੇ ਇਹ ਮਨ ਦੇ ਅੰਦਰ ਪਤਾ ਲੱਗ ਗਿਆ ਵੀ ਇਹ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਖੁਦਾ ਦਾ ਰੂਪ ਨੇ। ਇਹਨਾਂ ਨੇ ਦੁਨੀਆ ਦੇ ਭਲੇ ਵਾਸਤੇ ਆ ਜਿਹੜਾ ਆਪਣਾ ਪੰਜ ਭੌਤਿਕ ਸਰੀਰ ਧਾਰਨ ਕੀਤਾ ਹੋਇਆ ਹੈ। ਜੈਸੀ ਭਾਵਨਾ ਮੁਸਲਮਾਨ ਵੀਰਾਂ ਦੇ ਮਨ ਦੇ ਅੰਦਰ ਸਦਾ ਦੇ ਲਈ ਆਪਣੇ ਪੈਗੰਬਰ ਮੁਹੰਮਦ ਸਾਹਿਬ ਦੇ ਉੱਪਰ ਬਣੀ ਰਹਿੰਦੀ ਸੀ। ਐਸੀ ਭਾਵਨਾ ਐਸੀ ਸ਼ਰਧਾ ਇਹਨਾਂ ਦੇ ਮਨ ਦੇ ਅੰਦਰ ਦ੍ਰਿੜ ਪਰਪੱਕ ਹੋ ਚੁੱਕੀ ਹੈ। ਜਿਹੜੇ ਮਨੋਰਥ ਵਾਸਤੇ ਗੁਰੂ ਬਾਬਾ ਜੀ ਨੇ ਮਾਤਲਾ ਦੀ ਧਰਤੀ ਦੇ ਉੱਪਰ ਅਵਤਾਰ ਧਾਰਨ ਕੀਤਾ ਸੀ। ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਏ ਪਠਾਇਆ। ਚਰਨ ਤੋਏ ਰਹਿ ਰਾਸ ਕਰ ਚਰਨ ਅੰਮ੍ਰਿਤ ਸਿੱਖਾਂ ਪੀ ਲਾਇਆ। ਪਾਰ ਬ੍ਰਹਮ ਪੂਰਨ ਬ੍ਰਹਮ ਕਲ ਯੁਗ ਅੰਦਰ ਏਕ ਦਿਖਾਇਆ। ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ। ਉਸ ਸਮੇਂ ਸਤਿਗੁਰੂ ਜੀ ਨੇ ਇਹਨਾਂ ਦੇ ਉੱਪਰ ਜਦੋਂ ਇਹ ਕਿਰਪਾ ਕੀਤੀ, ਪਾਰ ਬ੍ਰਹਮ ਪੂਰਨ ਬ੍ਰਹਮ ਕਲ ਯੁਗ ਅੰਦਰ ਇੱਕ ਦਿਖਾਇਆ। ਪਹਿਲਾਂ ਤਾਂ
ਕਾਜੀ ਮਲਾਣਿਆਂ ਦੇ ਮਨ ਦੇ ਵਿੱਚ ਬੜੀਆਂ ਐਸੀਆਂ ਖੋਟੀਆਂ ਵਿਚਾਰਾਂ ਭਰੀਆਂ ਹੋਈਆਂ ਸੀ। ਇਹ ਹਿੰਦੂਆਂ ਨੂੰ ਬੜੇ ਮਨ ਦੇ ਵਿੱਚ ਬੁਰਾ ਸਮਝਦੇ, ਕੀ ਕਹਿੰਦੇ ਸੀ ਵੀ ਤਾਂ ਕਾਫਰ ਨੇ, ਪੱਥਰਾਂ ਦੀ ਪੂਜਾ ਕਰਨ ਵਾਲੇ ਹਨ। ਇਹਨਾਂ ਨੂੰ ਮਰਨ ਤੋਂ ਬਾਅਦ ਦੋਜ਼ਖਾਂ ਦੀ ਪ੍ਰਾਪਤੀ ਹੋਣੀ ਹੈ। ਸਾਰੀ ਬਸ ਬੜੀ ਮਾੜੀ ਦ੍ਰਿਸ਼ਟੀ ਦੇ ਨਾਲ ਗਰੀਬ ਗੁਰਬੇ ਹਿੰਦੂਆਂ ਨੂੰ ਸਦਾ ਵਾਸਤੇ ਤੱਕਿਆ ਕਰਦੇ। ਪਰ ਜਦੋਂ ਗੁਰੂ ਬਾਬਾ ਜੀ ਦੀ ਹੋ ਗਈ, ਇਹਨਾਂ ਦੇ ਸਾਰਿਆਂ ਦੇ ਉੱਪਰ ਐਸੀ ਰਹਿਮਤ ਕਿਰਪਾ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਮੰਦਾ ਕਿਸਨੋ ਆਖੀ ਹੈ ਜਾ ਤਿਸ ਵਿਨ ਕੋਈ ਨਾਹੇ। ਜੈਸੀ ਦ੍ਰਿਸ਼ਟੀ ਬਾਬਾ ਫਰੀਦ ਜੀ ਨੇ ਵੀ ਆਪਣੇ ਮਨ ਦੇ ਵਿੱਚ ਧਾਰਨ ਕੀਤੀ ਹੋਈ ਸੀ, ਐਸੀਆਂ ਵਿਚਾਰਾਂ ਇਹਨਾਂ ਦੇ ਸਾਰਿਆਂ ਦੇ ਮਨ ਦੇ ਅੰਦਰ ਗੁਰੂ ਬਾਬਾ ਜੀ ਨੇ ਪੈਦਾ ਕਰਤੀਆਂ। ਦੇ ਲਿਆ ਵੀ ਇਹ ਤਾਂ ਅੱਲਾਹ ਤਾਲਾ ਹੀ ਇੱਕ ਸਰਗੁਣ ਰੂਪ ਦੇ ਵਿੱਚ ਧਰਤੀ ਦੇ ਉੱਪਰ ਵਿਚਰ ਰਹੇ ਹਨ। ਗੁਰੂ ਬਾਬਾ ਜੀ ਨੇ ਇਹਨਾਂ ਨੂੰ ਵੀ ਜਿਹੜੀ ਅੱਲਾਹ ਤਾਲਾ ਦੀ ਇਬਾਦਤ ਖੁਦਾ ਦੀ ਬੰਦਗੀ ਦੇ ਵਿੱਚ ਜੋੜ ਦਿੱਤਾ ਸੀ। ਇੱਕ ਦਿਨ ਸਤਿਗੁਰੂ ਜੀ ਆਪਣੀ ਮੌਤ ਦੇ ਵਿੱਚ ਬੈਠੇ ਹੋਇਆ ਕਹਿਣ ਲੱਗੇ, ਭਾਈ ਬਾਲਾ ਭਾਈ ਮਰਦਾਨਾ ਜੀ, ਕਿ ਸਾਨੂੰ ਤਾਂ ਬੇਬੇ ਜੀ ਮਨ ਦੇ ਵਿੱਚ ਯਾਦ ਕਰ ਰਹੇ ਨੇ ਸੁਲਤਾਨ ਪਰ ਦੀ ਧਰਤੀ ਦੇ ਉੱਪਰ ਆਪਾਂ ਨੇ ਹੁਣ ਹੀ ਚੱਲਣਾ। ਸੁਣ ਕਰਕੇ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਮਹਾਰਾਜ ਸੂਰਜ ਛਿਪਣ ਵਾਲਾ ਹੋ ਗਿਆ ਹੈ, ਰਾਹ ਦੇ ਵਿੱਚ ਆਪਾਂ ਨੂੰ ਤੁਰਨਾ ਵੀ ਔਖਾ ਹੋ ਜੂ, ਆਪਾਂ ਸਵੇਰੇ ਚੱਲ ਪਵਾਂਗੇ, ਕਿਹੜਾ ਕੋਈ ਕਾਲੀ ਪਈ ਹੈ। ਪਰ ਉਸ ਸਮੇਂ ਗੁਰੂ ਬਾਬਾ ਜੀ ਨੇ ਜਦੋਂ ਹੁਕਮ ਕੀਤਾ ਵੀ ਆਪਣੇ ਨੇਤਰ ਬੰਦ ਕਰ ਲਓ ਦੋਵੇਂ, ਜਦੋਂ ਅੱਖਾਂ ਖੋਲੀਆਂ ਕੀ ਦੇਖਿਆ ਵੀ ਉਸੇ ਵਕਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਰਸ਼ਾ ਕੁਰਸ਼ਾ ਦੇ ਮਾਲਕ ਸੁਲਤਾਨਪੁਰ ਦੇ ਵਿੱਚ ਪਹੁੰਚ ਗਏ। ਜਦੋਂ ਦੂਰੋਂ ਹੀ ਤੁਲਸਾ ਦਾਸੀ ਨੇ ਦਰਸ਼ਨ ਕੀਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਜਾ ਕਰਕੇ ਬੇਬੇ ਨਾਨਕੀ ਜੀ ਨੂੰ ਖਬਰ ਦੱਸੀ ਵੀ ਤੁਹਾਡੇ ਭਰਾਤਾ ਆ ਦੇਖੋ ਸਾਹਮਣੇ ਤੁਰੇ ਆ ਰਹੇ ਨੇ ਗਲੀ ਦੇ ਵਿੱਚ। ਸੋਹਣਾ ਨਸਾਰ ਬੇਬੇ ਨਾਨਕੀ ਜੀ ਦੇ ਰੋਮ ਰਮ ਦੇ ਵਿੱਚ ਬੜੀ ਪਲਕਾਵਲੀ ਪੈਦਾ ਹੋ ਗਈ। ਐਸਾ ਆਨੰਦ ਇਹੋ ਜਿਹੀਆਂ ਖੁਸ਼ੀਆਂ ਦੇ ਨਾਲ ਬੇਬੇ ਨਾਨਕੀ ਜੀ ਦਾ ਮਨ ਭਰ ਗਿਆ ਹੈ। ਕਹਿ ਲੱਗਿਆ ਸੱਚੇ ਪਾਤਸ਼ਾਹ ਵੀ ਮੈਨੂੰ ਤਾਂ ਇਹੋ ਲੱਗਦਾ ਹੈ ਜਿਵੇਂ ਕਿਤੇ ਨੇੜੇ ਤੇੜੇ ਹੀ ਬੈਠੇ ਸੀ, ਆਪ ਜਲਦੀ ਪਹੁੰਚ ਗਏ। ਆਪਣੇ ਘਰ ਦੇ ਵਿੱਚ ਚੱਲ ਕੇ ਭਾਈ ਮਰਦਾਨਾ ਜੀ ਨੇ ਸਾਰੀ ਗੱਲਬਾਤ ਦੱਸੀ ਵੀ ਦੇਖੋ ਤੁਹਾਡੇ ਮਨ ਦਾ ਜਿਹੜਾ ਪ੍ਰੇਮ ਪੂਰਾ ਕਰਨ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਹਜ਼ਾਰਾਂ ਕੋਹਾਂ ਤੋਂ ਚੱਲ ਕਰਕੇ ਆਏ ਹਨ। ਪਰ ਉਸ ਵਕਤ ਸਤਿਗੁਰੂ ਜੀ ਨੇ ਆਪਣੇ ਨੇਤਰਾਂ ਦੇ ਨਾਲ ਸਮਝਾਇਆ ਭਾਈ ਮਰਦਾਨਾ ਜੀ ਨੂੰ ਵੀ ਚੁੱਪ ਕਰ ਜਾ, ਅੱਗੇ ਕੋਈ ਵੀ ਐਸਾ ਬਚਨ ਨਹੀਂ ਕਰਨਾ। ਥੋੜ੍ਹੇ ਟਾਈਮ ਤੋਂ ਬਾਅਦ ਜਦੋਂ ਗੁਰੂ ਬਾਬਾ ਜੀ ਕਹਿਣ ਲੱਗੇ ਵੀ ਹੁਣ ਸਾਨੂੰ ਆਗਿਆ ਬਖਸ਼ ਦਿਓ, ਅਸੀਂ ਤਾਂ ਬਸ ਹੁਣੇ ਹੀ ਆਪਣੇ ਰਸਤੇ ਦੇ ਵਿੱਚ ਪੈਣਾ ਚਾਹੁੰਦੇ ਹਾਂ। ਸੋਹਣਾ ਦਾ ਸਾਰ ਬੇਬੇ ਨਾਨਕੀ ਜੀ ਦਾ ਮਨ ਬੜਾ ਬੇਵਲ ਹੋ ਗਿਆ। ਨੇਤਰਾਂ ਦੇ ਵਿੱਚ ਬੈਰਾਗ ਦੇ ਵੱਡੇ ਵੱਡੇ ਹੰਝੂ ਭਰ ਗਏ।
ਫਿਰ ਭਾਈ ਬਾਲਾ ਜੀ ਨੇ ਹੱਥ ਜੋੜੇ, ਸੱਚੇ ਪਾਤਸ਼ਾਹ ਗਰੀਬ ਨਵਾਜ ਭਾਈ ਜੈ ਰਾਮ ਜੀ ਵੀ ਅਜੇ ਘਰ ਦੇ ਵਿੱਚ ਤਾਂ ਹੈ ਨਹੀਂ, ਕਿਤੇ ਆਪਣੇ ਕੰਮ ਕਾਰ ਕਰਨ ਵਾਸਤੇ ਗਏ ਹੋਏ ਹਨ। ਕੋਈ ਗੱਲ ਨਹੀਂ, ਆਪਾਂ ਇੱਕ ਰਾਤ ਬੇਬੇ ਜੀ ਦੇ ਪਾਸ ਰਹਿ ਕਰਕੇ ਕੱਟ ਲੈਨੇ ਆ। ਉਸ ਸਮੇਂ ਸਰਬੱਗ ਅੰਤਰਜਾਮੀ ਗੁਰੂ ਬਾਬਾ ਜੀ ਨੇ ਆਪਣੇ ਪਿਆਰੇ ਅਨੰਨ ਸੇਵਕ ਭਾਈ ਬਾਲਾ ਜੀ ਦੀ ਰਜ਼ੋਈ ਨੂੰ ਪ੍ਰਵਾਨ ਕਰਦੇ ਹੋਇਆ ਇੱਕ ਰਾਤ ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਰਹਿਣ ਦੇ ਲਈ ਸੋਚ ਲਿਆ। ਰਾਤ ਦੇ ਟਾਈਮ 'ਤੇ ਬੜੇ ਸਵਾਦਿਸ਼ਟ ਨਾਨਾ ਪ੍ਰਕਾਰ ਦੇ ਭੋਜਨ ਬੇਬੇ ਨਾਨਕੀ ਜੀ ਨੇ ਆਪ ਤਿਆਰ ਕਰਕੇ ਛਕਾਏ। ਜਦੋਂ ਦੇਖਿਆ ਵੀ ਹੁਣ ਕੁਝ ਕੁ ਘੜੀਆਂ ਰਾਤ ਬਤੀਤ ਹੋ ਗਈ, ਮਹਾਰਾਜ ਦੇ ਆਰਾਮ ਕਰਨ ਦੇ ਲਈ ਬੜਾ ਸੋਹਣਾ ਪਲੰਘਾ ਤਿਆਰ ਕਰ ਦਿੱਤਾ। ਸਤਿਗੁਰੂ ਜੀ ਉਸ ਸਮੇਂ ਬਾਤਰ ਲੈ ਕਰਕੇ ਸਰੀਰ ਦੇ ਉੱਪਰ ਆਰਾਮ ਬਸ ਹੋ ਗਏ ਹਨ। ਜਦੋਂ ਹੋ ਗਿਆ ਅੰਮ੍ਰਿਤ ਵੇਲਾ, ਉੱਠ ਕਰਕੇ ਇਸ਼ਨਾਨ ਕੀਤਾ ਸੀ। ਅਗਲੇ ਪੌ ਫਟਾਲੇ ਦੇ ਨਾਲ ਹੀ ਸਤਿਗੁਰੂ ਜੀ ਨੇ ਫਿਰ ਆਪਣੇ ਜਿਹੜੇ ਡੇਰੇ ਕੂਚ ਕਰਨ ਦੇ ਲਈ ਕਮਰ ਕਸੇ ਕਰ ਲਏ। ਇੱਥੇ ਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਚਲਿਓ ਅਬ ਚਵੇਂ ਹਮ ਪੰਥ ਪਰ ਅਹ ਕਰੀ। ਅੰਮ੍ਰਿਤ ਵੇਲੇ ਗੁਰੂ ਬਾਬਾ ਜੀ ਨੇ ਫਿਰ ਬੇਬੇ ਨਾਨਕੀ ਜੀ ਨੂੰ ਉਸ ਸਮੇਂ ਬੇਨਤੀ ਕੀਤੀ ਵੀ ਅਸੀਂ ਤਾਂ ਆਪਣੇ ਮਾਰਗ ਦੇ ਉੱਪਰ ਆ ਕਰਕੇ ਖੜ ਗਏ ਹਾਂ, ਤੁਸੀਂ ਹੁਕਮ ਕਰੋ। ਨਾਲ ਦੀ ਨਾਲ ਅਸੀਂ ਆਪਣੇ ਡੇਰੇ ਅੱਗੇ ਨੂੰ ਕੂਚ ਕਰ ਦੇਣੇ ਹਨ। ਦੀਜੀਏ ਰਜਾਈ ਨਾ ਵਿਲੰਬ ਕੋ ਲਗੀਜੀ। ਸਤਿਗੁਰੂ ਜੀ ਕਹਿਣ ਲੱਗੇ, ਬੇਬੇ ਜੀ ਹੁਣ ਜ਼ਿਆਦਾ ਦੇਰੀ ਨਾ ਲਗਾਓ, ਅਸੀਂ ਛੇਤੀ ਇੱਥੋਂ ਅੱਗੇ ਨੂੰ ਤੁਰਨਾ ਚਾਹੁੰਦੇ ਹਾਂ। ਰਹਿ ਪੁਨ ਆਈ ਤੁਮ ਨਿਕਟ ਸਦਾਈ। ਜਦੋਂ ਕਾਫੀ ਟਾਈਮ ਬਤੀਤ ਹੋ ਗਿਆ, ਫਿਰ ਤੁਹਾਡੇ ਪਾਸ ਹੀ ਅਸੀਂ ਰਹਿ ਕਰਕੇ ਆਪਣੀ ਅਖੀਰਲੀ ਜਿਹੜੀ ਜ਼ਿੰਦਗੀ ਬਤੀਤ ਕਰਨੀ ਹੈ। ਮਨ ਸ਼ੋਕ ਕੋ ਨਸਾਈ ਮੇਰੋ ਬੈਨ ਮਾਨ ਲੀਜੀ। ਗੁਰੂ ਬਾਬਾ ਜੀ ਕਹਿਣ ਲੱਗੇ, ਬੇਬੇ ਜੀ ਮਨ ਦੇ ਵਿੱਚੋਂ ਆ ਸ਼ੋਕ ਕਰਕੇ ਨਾ ਦੂਰ ਸਾਨੂੰ ਤੁਸੀਂ ਹੁਕਮ ਕਰਦੇ ਹੋ ਅੱਗੇ ਜਾਣ ਦੇ ਲਈ। ਕਬਿਤ ਨਾਨਕੀ ਅਲਾਈ ਕਬ ਮਿਲੋ ਫੇਰ ਆਈ। ਸੁਣ ਕਰਕੇ ਬੇਬੇ ਨਾਨਕੀ ਜੀ ਕਹਿਣ ਲੱਗੇ, ਮਹਾਰਾਜ ਵੀ ਹੁਣ ਮੈਨੂੰ ਕਦੋਂ ਆਪ ਦੇ ਦਰਸ਼ਨ ਹੋਣੇ ਹਨ। ਇਹ ਨਾਨਕ ਜੀ ਯਾਦ ਕਰੋ ਦਿਓ ਮੈਂ ਦੀਦਾਰ ਕੋ। ਸਤਿਗੁਰੂ ਜੀ ਕਹਿਣ ਲੱਗੇ ਵੀ ਜਦੋਂ ਕਰੋਗੇ ਨਾ ਮਨ ਦੇ ਵਿੱਚ ਸਾਨੂੰ ਆਜ਼ਾਦ, ਬਸ ਅਸੀਂ ਤਾਂ ਉਸੇ ਵਕਤ ਤੁਹਾਡੇ ਪਾਸ ਹਾਜ਼ਰ ਹੋ ਜਾਣਾ। ਸੰਗ ਮਰਦਾਨਾ ਮੋਕੋ ਲੈ ਕੇ ਗੁਰ ਚਲੇ ਤਬ। ਭਾਈ ਬਾਲਾ ਜੀ ਇਹ ਪਾਵਨ ਇਤਿਹਾਸ ਸੁਣਾਉਂਦਿਆਂ ਹੋਇਆਂ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਅੱਗੇ ਬੇਨਤੀ ਕਰਦੇ ਨੇ, ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਔਰ ਮੈਨੂੰ ਲੈ ਕਰਕੇ ਨਾ ਨਾਲ ਸਤਿਗੁਰੂ ਜੀ ਨੇ ਉੱਥੋਂ ਫਿਰ ਆਪਣੇ ਅੱਗੇ ਨੂੰ ਚਾਲੇ ਮਾਰਤੇ। ਜਾਂ ਕੇ ਬਾਕ ਨੌਕਾ ਭਵ ਸਾਗਰ ਕੇ ਪਾਰ ਕੋ। ਹੁਣ ਸਤਿਗੁਰੂ ਜੀ ਦੇ ਤਾਂ ਬਚਨ ਹੀ ਬੇੜੀ ਦੇ ਸਮਾਨ ਜਗਿਆਸੂਆਂ ਨੂੰ ਸੰਸਾਰ ਸਾਗਰ ਤੋਂ ਪਾਰ ਕਰਨ ਦੇ ਲਈ ਬੜੇ ਸਮਰੱਥ ਹਨ। ਸਤਿਗੁਰ ਬਚਨ
ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਵੈ ਕੋ। ਗੁਰੂ ਬਾਬਾ ਜੀ ਦੇ ਬਚਨਾਂ ਦੇ ਵਿੱਚ ਬੜੀ ਤਾਕਤ ਹੈ, ਬੜੀ ਸ਼ਕਤੀ ਭਰੀ ਹੋਈ ਹੈ। ਜਿਹੜਾ ਜਿਹੜਾ ਜਗਿਆਸੂਆਂ ਨੇ ਗੁਰੂ ਬਾਬਾ ਜੀ ਦੇ ਬਚਨਾਂ ਦੀ ਕੀਤੀ ਨਾ ਕਮਾਈ, ਉਹ ਤਾਂ ਫਿਰ ਆਪ ਤਰੈ ਗੁਰ ਸਿੱਖ ਤਰੈਹੀ। ਆਪ ਤਾਂ ਉਹਨਾਂ ਨੇ ਸੰਸਾਰ ਸਾਗਰ ਨੂੰ ਪਾਰ ਕਰ ਲਿਆ ਸੀ, ਆਪ ਤਰੈ ਗੁਰ ਸਿੱਖ ਤਰੈਹੀ। ਉਹਨਾਂ ਦੀ ਸੰਗਤ ਦੇ ਨਾਲ ਹੋਰ ਪਤਾ ਨਹੀਂ ਕਿਤਨੇ ਜਿਹੜੇ ਪ੍ਰਾਣੀ ਇਸ ਸੰਸਾਰ ਸਾਗਰ ਤੋਂ ਪਾਰ ਹੋ ਗਏ ਸਨ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਜਿਨ੍ਹਾਂ ਜਿਨ੍ਹਾਂ ਨੇ ਆਪਣੇ ਗੁਰੂ ਪੀਰਾਂ ਦੇ ਬਚਨਾਂ ਨੂੰ ਪਹਿਲਾਂ ਸੁਣ ਕਰਕੇ ਨਾ ਮੰਨਿਆ ਸੀ। ਸੁਣ ਤਾਂ ਲੈਂਦੇ ਨੇ ਸਾਰੀ, ਸੁਣਨਾ ਬੜਾ ਸੌਖਾ ਹੈ, ਪਰ ਮੰਨਣ ਵਾਲੇ ਹੁੰਦੇ ਨੇ ਟਾਵੇਂ ਟਾਵੇਂ ਜਗ ਮੈਂ ਬਿਰਲੇ ਕਾਢੀਏ। ਕੋਈ ਬਿਰਲੇ ਬਿਰਲੇ ਆਪਣੇ ਗੁਰੂ ਪੀਰਾਂ ਦੇ ਬਚਨਾਂ ਦੀ ਕਮਾਈ ਕਰ ਸਕਦੇ ਹਨ। ਬਚਨ ਕਮਾਇਆ ਵਾਲਮੀਕ ਜੀ ਨੇ ਉਲਟਾ ਜਾਪ ਜਪਤ ਜਗ ਜਾਨਾ ਵਾਲਮੀਕ ਭੈ ਬ੍ਰਹਮ ਸਮਾਨਾ। ਜਦੋਂ ਨਾ ਫਕੀਰਾਂ ਸਾਧੂਆਂ ਨੇ ਬਚਨ ਕੀਤਾ ਵੀ ਇੱਥੇ ਹੀ ਬਹਿ ਜਾ, ਜਿੰਨਾ ਚਿਰ ਅਸੀਂ ਆਈਏ ਨਾ ਉੱਠਣਾ ਨਹੀਂ। ਇੱਕ ਥਾਂ 'ਤੇ ਉਹਨਾਂ ਨੇ ਦੇਖੋ ਫਿਰ 12 ਸਾਲ ਬੈਠ ਕਰਕੇ ਬੰਦਗੀ ਦੇ ਵਿੱਚ ਹੀ ਲੰਘਾਤੇ। ਭਾਵੇਂ ਬਰਨੀ ਜੰਮ ਗਈ ਸਰੀਰ ਦੇ ਆਲੇ ਦੁਆਲੇ, ਪਰ ਜਿਹੜਾ ਵਚਨ ਸੁਣ ਕੇ ਨਾਲ ਦੀ ਨਾਲ ਬਸ ਉਹਨੂੰ ਪੱਲੇ ਦੇ ਵਿੱਚ ਬੰਨ੍ਹ ਲਿਆ। ਕੈਸੀ ਪਦਵੀ ਪ੍ਰਾਪਤ ਹੋਈ ਫਿਰ ਉਹਨਾਂ ਨੂੰ। ਉਲਟਾ ਜਾਪ ਜਪਤ ਜਗ ਜਾਨਾ ਵਾਲਮੀਕ ਭੈ ਬ੍ਰਹਮ ਸਮਾਨਾ। ਉਹੀ ਜਿਹੜੇ ਵਾਲਮੀਕ ਕਹਿੰਦੇ ਪਰਮਾਤਮਾ ਦੇ ਸਮਾਨ ਬਣ ਗਏ ਸੀ। ਗੁਰੂ ਬਾਬਾ ਜੀ ਦੇ ਜਿਹੜੇ ਬਚਨ ਉਹ ਜਗਿਆਸੂਆਂ ਨੂੰ ਬੇੜੀ ਦੇ ਸਮਾਨ ਸੰਸਾਰ ਸਾਗਰ ਤੋਂ ਤਾਰਨ ਵਾਲੇ ਨੇ। ਵੀ ਜਿਹੜਾ ਮਨੁੱਖ ਜਿਹੜਾ ਪ੍ਰਾਣੀ ਜਿਵੇਂ ਸਮੁੰਦਰਾਂ ਦੇ ਵਿੱਚ ਚੱਲਿਆ ਕਰਦੇ ਨਾ ਵੱਡੇ ਵੱਡੇ ਜਹਾਜ਼, ਜਿਹੜੇ ਚੜ੍ਹ ਕੇ ਉਹਦੇ ਵਿੱਚ ਉਹਨਾਂ ਨੂੰ ਕੋਈ ਜ਼ਿਆਦਾ ਦਿੱਕਤ ਜਾਂ ਮੁਸ਼ਕਲ ਸਾਹਮਣੇ ਦੇਖਣੀ ਨਹੀਂ ਪੈਂਦੀ। ਊਂ ਜੇ ਕੋਈ ਕਹੇ ਵੀ ਮੈਂ ਇਸ ਸਾਗਰ ਨੂੰ ਪਾਰ ਕਰਨ ਨੂੰ ਕਿਤਨਾ ਕੁ ਲੰਘ ਜੂ, ਜਿਹੜਾ ਹਜ਼ਾਰਾਂ ਕੁ ਚਾਰੇ ਪਾਸੇ ਫੈਲਿਆ ਹੋਇਆ, ਜਿਹਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਪਾਣੀ ਦੀਆਂ ਲਹਿਰਾਂ ਵੀ ਉੱਠਿਆ ਕਰਦੀਆਂ ਹਨ, ਉਹਨਾਂ ਨੇ ਵਿੱਚ ਹੀ ਲਪੇਟ ਲੈਣਾ। ਪਰ ਗੁਰੂ ਬਾਬਾ ਜੀ ਦੇ ਬਚਨ ਜਿਹੜੇ ਉਹ ਜਗਿਆਸੂਆਂ ਦੇ ਲਈ ਸੰਸਾਰ ਸਾਗਰ ਨੂੰ ਤਾਰਨ ਦੇ ਲਈ ਬੇੜੀ ਦੇ ਸਮਾਨ ਹਨ। ਚਾਰ ਘਟੀ ਰਹਿਣਾ ਕੋਚ ਕੀਨੋਂ ਦੂਰ ਗਏ ਚੱਲ। ਸਤਿਗੁਰੂ ਜੀ ਨੇ 4 ਘੜੀਆਂ ਰਾਤ ਰਹਿੰਦੇ ਹੋਇਆਂ ਡੇਰੇ ਕੂਚ ਕੀਤੇ। ਦਿਨ ਚੜ੍ਹਦੇ ਨੂੰ ਪਤਾ ਨਹੀਂ ਕਿਤਨਾ ਮਹਾਰਾਜ ਨੇ ਆਪਣਾ ਪੈਂਡਾ ਤੈਅ ਕਰ ਲਿਆ। ਹੋਰ ਭਈ ਲੰਘੇ ਕੋਸ ਪੰਚਮ ਹਜ਼ਾਰ ਕੋ। ਦਿਨ ਚੜ੍ਹਦੇ ਚੜ੍ਹਦੇ ਤੱਕ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 5000 ਕੋ ਪੈਂਡਾ ਜਿਹੜਾ ਤੈਅ ਕਰ ਲਿਆ ਸੀ। ਠਾਂਡੇ ਹੋਏ ਬੂਝੈ ਕਹੋ ਕਹਾਂ ਹਮ ਆਏ ਅਬ। ਗੁਰੂ ਬਾਬਾ ਜੀ ਆਪਣੀ ਮੌਤ ਦੇ ਵਿੱਚ ਉੱਥੇ ਖੜਿਆ ਹੋ ਕਰਕੇ ਫਿਰ ਭਾਈ ਬਾਲਾ ਮਰਦਾਨਾ ਨੂੰ ਪੁੱਛ ਲੱਗਿਆ ਵੀ ਹੁਣ ਦੱਸੋ ਆਪਾਂ ਕਿਹੜੀ ਜਗ੍ਹਾ 'ਤੇ ਚੱਲ ਕਰਕੇ ਪਹੁੰਚ ਗਏ ਆ। ਆਨ ਪਹਿਚਾਨੋ ਮਨ ਕੀਜੀਏ ਵਿਚਾਰ ਕੋ। ਸਤਿਗੁਰੂ ਜੀ ਕਹਿਣ ਲੱਗੇ ਨਿਗਾਹ ਮਾਰ ਕੇ ਪਹਿਲਾਂ ਪਹਿਚਾਣ ਕਰੋ ਇਹ ਕਿਹੜੀ ਜਗ੍ਹਾ ਆਪਣੇ ਸਾਹਮਣੇ ਆਈ ਹੈ। ਕਬਿਤ ਆਪ ਕਰਤਾਰ ਤੁਮ ਧਰਾ ਅਵਤਾਰ ਭਵ। ਉਸ ਵਕਤ ਭਾਈ ਬਾਲਾ ਔਰ ਮਰਦਾਨਾ ਜੀ ਨੇ
ਹੱਥ ਜੋੜੇ ਸੱਚੇ ਪਾਤਸ਼ਾਹ ਵੀ ਆਪ ਤਾਂ ਉਸ ਕਰਤਾਰ ਦਾ ਹੀ ਰੂਪ ਹੋਣਾ, ਜੀਵਾਂ ਦੇ ਭਲੇ ਵਾਸਤੇ ਇੱਕ ਆਪਣੇ ਸਰਗੁਣ ਰੂਪ ਜ਼ਰੂਰ ਧਾਰਨ ਕੀਤਾ ਹੋਇਆ। ਸਦਾ ਹੀ ਅਪਾਰ ਹੋ ਨਾ ਸ਼ੇਸ਼ ਪਾਰ ਪਾਵਈ। ਹੁਣ ਆਪ ਦਾ ਜਿਹੜਾ ਅੰਤ ਨਾ ਸ਼ੇਸ਼ ਨਾਗ, ਨਾ ਸਾਰਦਾ, ਨਾ ਨਾਰਦ ਵਰਗੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੱਡੇ ਵੱਡੇ ਦੇਵਤੇ ਇਹ ਵੀ ਕਦੇ ਆਪ ਦਾ ਅੰਤ ਨਹੀਂ ਪਾ ਸਕਦੇ ਹਨ। ਕਲੀ ਕਾਲ ਮੰਦ ਮਤ ਕੈਸੋ ਜਾਣਾ ਤੋਹੇ ਗਤ। ਜਿਹੜੇ ਹੁਣ ਸਾਡੇ ਵਰਗੇ ਕਲਯੁਗੀ ਜੀਵ ਮੈਲੀ ਮਤ ਵਾਲੇ ਆਪ ਦੀ ਗਤੀ ਨੂੰ, ਆਪ ਦੀ ਮਹਿਮਾ ਵਡਿਆਈ ਨੂੰ ਫਿਰ ਕਿਵੇਂ ਮਨ ਦੇ ਵਿੱਚ ਸਮਝ ਸਕਦੇ ਹਨ। ਨੇਤ ਨੇਤ ਕਹਿ ਵੇਦ ਕੈਸੇ ਅੰਤ ਪਾਵਈ। ਨੈਤ ਨੈਤ ਕਥੰਤ ਵੈਦਾ ਊਚ ਮੂਚ ਪਾਰ ਗੋਵਿੰਦ ਹੈ। ਆਪ ਨੂੰ ਤਾਂ ਵੈਦ ਵੀ, ਸਾਤਰ ਵੀ, 18 ਪੁਰਾਣ, 27 ਸਿਮਰਤੀਆਂ ਸਾਰੀ ਸਦਾ ਦੇ ਲਈ ਬੇਅੰਤ ਬੇਅੰਤ ਕਹਿ ਕੇ ਪੁਕਾਰਦੇ ਹਨ। ਬੋਲਿਓ ਮਰਦਾਨਾ ਇਹ ਜਾਣਿਓ ਸੋ ਥਾਨਾ। ਉਹ ਸਮੇਂ ਭਾਈ ਮਰਦਾਨਾ ਜੀ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵੀ ਮੈਨੂੰ ਤਾਂ ਉਹੀ ਜਗ੍ਹਾ ਲੱਗਦੀ ਹੈ ਜਿੱਥੋਂ ਆਪਾਂ ਰਾਤ ਦੇ ਟਾਈਮ 'ਤੇ ਸੁਲਤਾਨਪੁਰ ਦੇ ਵੱਲ ਚੱਲੇ ਸੀ। ਜਹਾਂ ਮੱਕੇ ਕੋ ਪਿਆਨਾ ਕੀਨਾ ਮੋਕੋ ਦ੍ਰਿਸ਼ਟ ਆਵਈ। ਵੀ ਜਿਸ ਥਾਂ ਤੋਂ ਆਪਾਂ ਨੇ ਮੱਕਾ ਮਦੀਨੇ ਨੂੰ ਆਪਣੇ ਡੇਰੇ ਕੂਚ ਕੀਤੇ, ਮੈਨੂੰ ਤਾਂ ਉਹੀ ਇਹ ਜਿਹੜੀ ਜਗ੍ਹਾ ਪਹਿਲਾਂ ਵਾਲੀ ਪ੍ਰਤੀਤ ਹੁੰਦੀ ਹੈ। ਸੁਨਿਓ ਮੁਸਕਾਨੇ ਨੀਕੀ ਕੀਨ ਤੈ ਪਛਾਨੇ ਅਬ। ਸੋਣ ਕਰਕੇ ਦੇਨਾ ਦੁਨੀਆ ਦੇ ਮਾਲਕ ਬੜੇ ਮੁਸਕਰਾਉਣ ਲੱਗ ਪਏ, ਕਹਿ ਲਗੇ ਭਾਈ ਮਰਦਾਨਿਆਂ ਦਾ ਚੰਗੀ ਇਸ ਜਗ੍ਹਾ ਦੀ ਮਨ ਦੇ ਵਿੱਚ ਪਹਿਚਾਣ ਰੱਖੀ ਵੀ ਜਿੱਥੋਂ ਆਪਾਂ ਨੂੰ ਉਹਨਾਂ ਹਾਜੀਆਂ ਨੇ ਜਿਹੜੇ ਮੁਲਤਾਨ, ਸ਼ੱਕਰ ਭੱਕਰ, ਸਿੰਧ ਦੇ ਇਲਾਕੇ 'ਚੋਂ ਬੜੇ ਇਕੱਠੇ ਹੋ ਕੇ ਚੱਲੇ ਸੀ ਮੱਕੇ ਦੀ ਜ਼ਿਆਰਤ ਕਰਨ ਦੇ ਲਈ। ਪਰ ਜਦੋਂ ਉਹਨਾਂ ਨੇ ਗੁਰੂ ਬਾਬਾ ਜੀ ਦਾ ਨਾ ਐਸਾ ਬਾਣਾ ਦੇਖਿਆ, ਪਤਾ ਹੀ ਨਹੀਂ ਲੱਗਦਾ ਵੀ ਹਿੰਦੂ ਨੇ ਜਾਂ ਫਿਰ ਮੁਸਲਮਾਨ, ਬਚਨ ਸੁਣ ਕੇ ਅਲੱਗਾ ਕਰਤਾ। ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਤਾਂ ਉਹੀ ਜਗ੍ਹਾ, ਉਹੀ ਹੈ ਅਸਥਾਨ ਲੱਗਦਾ ਹੈ। ਮੇਰੀ ਦਿਸ਼ ਦੇਖ ਪੁਨਾ ਸ੍ਰੀ ਗੁਰੂ ਅਲਾਵਈ। ਭਾਈ ਬਾਲਾ ਜੀ ਸਤਿਗੁਰੂ ਅੰਗਦ ਜੀ ਮਹਾਰਾਜ ਦੇ ਪਾਸ ਬੇਨਤੀ ਕਰਦੇ ਨੇ ਵੀ ਫਿਰ ਸਰਬਾਗੰਤਰ ਜਾਮੀ ਮਹਾਰਾਜ ਨੇ ਮੇਰੇ ਵੱਲ ਨਾ ਇਹ ਤੱਕਦਿਆਂ ਘਰਸਨਾ ਤੋਂ ਬਚਨ ਕੀਤਾ। ਦੋਹਰਾ ਚਰਨ ਚਹਿਤ ਕਿਤ ਦਿਸ਼ਾ ਕੋ ਦੀਜੇ ਅਬਹ ਬਤਾਈ। ਭਾਈ ਬਾਲਾ ਜੀ ਤੂੰ ਦੱਸ ਆਪਾਂ ਹੁਣ ਕਿਹੜੀ ਦਿਸ਼ਾ ਦੇ ਵੱਲ ਜਾਣਾ ਹੈ। ਅਬ ਬੋਲਿਓ ਮੈਂ ਬੰਦ ਕਰ ਸੁਣੀਏ ਪ੍ਰਭ ਗਤ ਦਾਈ। ਸੁਣ ਕਰਕੇ ਭਾਈ ਬਾਲਾ ਜੀ ਨੇ ਬੜੀ ਨਿਮਰਤਾ ਗਰੀਬੀ ਦੇ ਨਾਲ ਦੋਵੇਂ ਹੱਥ ਜੋੜਦਿਆਂ ਹੋਇਆਂ ਇਹ ਅਰਦਾਸ ਕੀਤੀ ਆ ਮਹਾਰਾਜ ਦੇ ਚਰਨਾਂ 'ਚ। ਸਵਈਆ ਹੈ ਜਿਤ ਚਾਹਾ ਚਲੋ ਤੁਮਰੀ। ਸੱਚੇ ਪਾਤਸ਼ਾਹ ਆਪ ਤਿੰਨੇ ਲੋਕਾਂ 14 ਭਵਨਾਂ ਦੇ ਮਾਲਕ, ਜਿਸ ਪਾਸੇ ਆਪਦੀ ਮੌਜ ਹੈ ਉਸੇ ਪਾਸੇ ਡੇਰੇ ਕੂਚ ਕਰ ਦਿਓ। ਹੁਣ ਅਸੀਂ ਤਾਂ ਹਮੇਸ਼ਾ ਵਾਸਤੇ ਆਪ ਦੇ ਪਿੱਛੇ ਹੀ ਚੱਲਣਾ ਹੈ। ਪਛਾਤ ਚਲੈ ਸੁਣੀਏ ਸੁਖ ਦਾਨਾ। ਇਹ ਸੁੱਖਾਂ ਦੇ ਦਾਤੇ ਅਸੀਂ ਤਾਂ ਹਮੇਸ਼ਾ ਵਾਸਤੇ ਆਪ ਦੀ ਆਗਿਆ ਦਾ ਪਾਲਣ ਕਰਦੇ ਹੋਇਆ ਪਿੱਛੇ ਪਿੱਛੇ ਬਸ ਤੁਰ ਹੀ ਜਾਣਾ ਹੈ। ਸ੍ਰੀ ਗੁਰ ਭਾਖਤਾ ਮੇਰ ਕੇ ਉੱਪਰ। ਇਹ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਜਨ ਕੀਤਾ ਆਪਣੀ ਮੌਤ ਦੇ ਵਿੱਚ ਆ ਕੇ ਵੀ ਦੇਖੋ ਇਹ ਜਿਹੜੇ ਬਹੁਤ ਸਾਰੇ ਗੋਰਖਨਾਥ ਦੇ ਚੇਲੇ ਨਾ ਮਾਨ ਅਹੰਕਾਰ ਦੇ ਭਰੇ ਹੋਏ ਕਾਹਦੇ ਵਾਸਤੇ ਕਹੇ ਸੀ। ਗੋਰਖਨਾਥ ਦੇ ਚੇਲੇ ਸਮੇਰ ਪਰਬਤ ਦੇ ਉੱਪਰ ਸਿੱਧ ਸਭ ਬੈਠੇ, ਸ਼ਬ ਬੈਠੇ ਪਰਬਤੀ, ਕੌਣ ਜਗਤਰ ਕੋ ਪਾਰ ਉਤਾਰਾ।
ਇਹ ਵਿਚਾਰੇ ਕਲਯੁਗ ਦੇ ਭਿਆਨਕ ਸਮੇਂ ਤੋਂ ਡਰਦਿਆਂ ਹੋਇਆਂ ਇਹਨਾਂ ਨੇ ਡੇਰੇ ਲਗਾ ਲਏ ਆਪਣੇ ਸੁਮੇਰ ਪਰਬਤ ਦੇ ਉੱਪਰ। ਪ੍ਰਾਣਾਯਾਮ ਹਠ ਯੁਗ ਦੁਆਰਾ ਉਮਰਾਂ ਬਹੁਤ ਵੱਡੀਆਂ ਵੱਡੀਆਂ ਵਧਾ ਲਈਆਂ। ਮਨ ਦੇ ਵਿੱਚ ਇਹਨਾਂ ਦੇ ਬੜਾ ਮਾਣ ਹੰਕਾਰ ਭਰਿਆ ਹੋਇਆ ਸੀ। ਹੈ ਸਿੱਧ ਮੰਡਲੀ ਜਾਂ ਮਨ ਮਾਨਾ। ਗੁਰੂ ਬਾਬਾ ਜੀ ਕਹਿਣ ਲੱਗੇ ਵੀ ਹੁਣ ਆਪਾਂ ਨੇ ਸੁਮੇਰ ਪਰਬਤ ਤੇ ਜਾਣਾ ਹੈ, ਜਿੱਥੇ ਸਿੱਧਾਂ ਦੀ ਮੰਡਲੀ ਬੜੇ ਮਾਣ ਹੰਕਾਰ ਦੇ ਨਾਲ ਭਰੀ ਹੋਈ ਰਹਿੰਦੀ ਹੈ। ਦੇਖੈ ਸੋ ਤਹ ਥਾਨ ਚੱਲੋ। ਜਾ ਕਰਕੇ ਹੁਣ ਆਪਾਂ ਨੇ ਰਾਹ ਦੇ ਵਿੱਚ ਵੀ ਬੜੇ ਬੜੇ ਰਿਸ਼ੀਆਂ ਮੁਨੀਆਂ ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰਨੇ ਹਨ। ਸੁਨ ਜੋ ਕਰ ਬੰਦ ਉਠਿਓ ਮਰਦਾਨਾ। ਜਦੋਂ ਇਹ ਬਚਨ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੁਣਨ ਸਾਰ ਭਾਈ ਮਰਦਾਨਾ ਜੀ ਦਾ ਫਿਰ ਸਤਿਗੁਰੂ ਜੀ ਦੇ ਅੱਗੇ ਬਾਰ-ਬਾਰ ਹੱਥ ਜੋੜਨ ਲੱਗ ਪਏ। ਮੋਹਿ ਛੁਦਾ ਜਬ ਦੇਹੋ ਹਟਾਈ। ਐ ਗਰੀਬਨ ਬਾਸ ਸੱਚੇ ਪਾਤਸ਼ਾਹ, ਇਤਨੇ ਉੱਚੇ ਉੱਚੇ ਪਹਾੜਾਂ ਤੇ ਤਾਂ ਮੈਨੂੰ ਕੋਈ ਰਾਹ ਦੇ ਵਿੱਚ ਖਾਣ ਪੀਣ ਦੇ ਲਈ ਦੇਣਾ ਨਹੀਂ ਮਿਲਣਾ। ਪਹਿਲਾਂ ਮੇਰੀ ਭੁੱਖ ਤੇ ਪਿਆਸ ਇਹ ਦੋਵੇਂ ਦੂਰ ਕਰ ਦਿਓ, ਫਿਰ ਮੈਂ ਆਪ ਦੇ ਨਾਲ ਸੁਮੇਰ ਪਰਬਤ ਦੇ ਉੱਪਰ ਜਾ ਸਕਦਾ। ਤਵੈ ਤੁਮਰੀ ਸੰਗ ਹੋਏ ਪਿਆਨਾ। ਫਿਰ ਤਾਂ ਮੇਰਾ ਨਿਰਭਾ ਆਪ ਦੇ ਚਰਨਾਂ 'ਚੋਂ ਆਜੂ, ਜਦੋਂ ਮੇਰੀ ਭੁੱਖ ਤੇ ਪਿਆਸ ਆਪ ਨੇ ਦੋਵੇਂ ਹੀ ਦੂਰ ਕਰ ਦੇਣੀਆਂ ਹਨ। ਸਬਈਆ ਬਿਗਸੀ ਸੁਨ ਬੈਨ ਗੁਰੂ ਗੁਣ ਐਨ। ਗੁਣਾਂ ਦੇ ਘਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਣ ਕਰਕੇ ਭਾਈ ਮਰਦਾਨਾ ਜੀ ਤੋਂ ਐਸੇ ਬਚਨ ਬੜੇ ਸੁੰਦਰ ਨਿਰਾਨੀ ਚਿਹਰੇ ਤੋਂ ਹੱਸਣ ਲੱਗ ਪਏ ਨੇ। ਦਇਆ ਜਿਨ ਨੈਣ ਰਹੀ ਛਬ ਛਾਈ। ਸਤਿਗੁਰੂ ਜੀ ਦੇ ਨੇਤਰਾਂ ਦੇ ਵਿੱਚ ਤਾਂ ਸਦਾ ਦੇ ਲਈ ਦਇਆ ਰਹਿਮ ਭਰਿਆ ਹੀ ਰਹਿੰਦਾ ਹੈ। ਜਿਨ ਦੇਹ ਧਰੀ ਜਗ ਤਾਰਨ ਕਾਰਨ। ਸਤਿਗੁਰੂ ਜੀ ਨੇ ਤਾਂ ਜਿਹੜਾ ਮਨੁੱਖਾ ਸਰੀਰ ਜੀਵਾਂ ਦੇ ਭਲੇ ਵਾਸਤੇ ਹੀ ਮਾਤਲੋ ਦੀ ਧਰਤੀ ਦੇ ਉੱਪਰ ਤਾਰਨ ਕੀਤਾ ਹੋਇਆ ਹੈ। ਦੰਭ ਵਿਦਾਰਨ ਸ਼੍ਰੀ ਜਗ ਰਾਈ। ਦੰਭ ਵਿਦਾਰਨ ਆ ਜਿਹੜੇ ਪਾਖੰਡ ਬਹਿਮ ਪਾਲੋਂ ਭੁਲੇ ਕੇ ਪਤਾ ਨਹੀਂ ਕਿਤਨੇ ਕਰਮ ਕਾਂਡ ਦੁਨੀਆ ਦੇ ਵਿੱਚ ਚਾਰੇ ਪਾਸੇ ਥਾਂ ਥਾਂ ਤੇ ਫੈਲ ਚੁੱਕਿਆ ਸੀ। ਪੂਜਾ ਤਿਲਕ ਵਰਤ ਇਸ਼ਨਾਨਾ ਪੁੰਨ ਦਾਨ ਬਹੁ ਦੈਨ ਕਉ ਨ ਭੀਜੈ। ਸੰਜਮ ਸੁਆਮੀ ਬੋਲੇ ਮਿਟੇ ਬੈਨ। ਪੂਜਾ ਤਿਲਕ ਲੋਕੀ ਦੇਵੀ ਦੇਵਤਿਆਂ ਕਈ ਤਾਂ ਫਿਰ ਦਰਖਤਾਂ ਨੂੰ ਵੀ ਮੰਨਣ ਲੱਗ ਪਏ ਸੀ। ਪੂਜਾ ਕਿਤਨੇ ਪ੍ਰਕਾਰ ਦੀ ਪੂਜਾ ਦੁਨੀਆ ਦੇ ਵਿੱਚ ਵੱਧ ਗਈ, ਕੋਈ ਉਹਦੀ ਗਿਣਤੀ ਕਰਕੇ ਨਹੀਂ ਦੱਸੀ ਜਾ ਸਕਦੀ। ਸਨਾਤਨ ਮਤ ਦੇ ਵਿੱਚ 16 ਤਰ੍ਹਾਂ ਦੀ ਜਿਹੜੀ ਪੂਜਾ ਹੁਣ ਵੀ ਮੰਨੀ ਜਾਂਦੀ ਹੈ। ਪੂਜਾ ਤਿਲਕ ਜਿਹੜੇ ਬਹੁਤ ਸਾਰੇ ਐਸੇ ਜੋਗੀ ਸਾਧੂ ਮਹਾਤਮਾ ਬਸ ਸਰੀਰ ਦੇ ਉੱਪਰ 12 ਤਿਲਕ ਲਗਾਉਣ ਲੱਗ ਵੀ ਇਹਦੇ ਨਾਲ ਹੀ ਸਾਡੀ ਕਲਿਆਣ ਹੋ ਜਾਣੀ ਹੈ। ਪੂਜਾ ਤਿਲਕ ਵਰਤ ਆ ਵਰਤ ਪਤਾ ਨਹੀਂ ਕਿਤਨੇ ਤਰ੍ਹਾਂ ਦੇ ਲੋਕੀ ਆਮ ਤੌਰ ਤੇ ਰੱਖਿਆ ਕਰਦੇ ਸੀ। ਐਸੇ ਜਿਹੜੇ ਪਾਖੰਡ ਵਹਿਮ ਭਰਮ ਭੁਲੇਖੇ ਮਨਾਂ ਦੇ ਵਿੱਚੋਂ ਮਹਾਰਾਜ ਨੇ ਦੂਰ ਕਰਨ ਦੇ ਲਈ ਆਪਣਾ ਅਵਤਾਰ ਧਾਰਨ ਕੀਤਾ। ਮਨ ਮੈਂ ਜਿਮ ਚਾਹਤ ਹੋਵੈ ਸੋ। ਉਸ ਸਮੇਂ ਗੁਰੂ ਬਾਬਾ ਜੀ ਨੇ ਬਚਨ ਕੀਤਾ, ਮਰਦਾਨਿਆ ਘਬਰਾਣਾ ਕੋਈ ਗੱਲ ਨਹੀਂ, ਜਿਵੇਂ ਤੂੰ ਚਾਹੁੰਦਾ ਭਾਈ ਉਸੇ ਤਰ੍ਹਾਂ ਹੋ ਜੂ। ਹੁਣ ਤੋਂ ਬਾਅਦ ਨਾ ਤੈਨੂੰ ਕਦੇ ਭੁੱਖ ਨਾ ਕਦੇ ਪਿਆਸ ਨਹੀਂ ਲੱਗਣੀ ਹੈ। ਮੋਹਰੋ ਦੁਖ ਭੁੱਖ ਨਾ ਪਾਈ ਕਦਾਈ। ਕਦੇ ਵੀ ਤੈਨੂੰ ਰਾਹ ਦੇ ਵਿੱਚ ਭੁੱਖ ਤੇ ਪਿਆਸ ਨੇ ਪਹਿਲਾਂ ਦੇ ਸਮਾਨ ਵਿਆਕਲ ਨਹੀਂ ਕਰਨਾ। ਕਹਿ ਜੋ ਪ੍ਰਸਥਾਨ ਕੀਓ ਜਬ ਹੀ। ਇਉਂ ਭਜਨ ਬਿਲਾਸ ਕਰਦਿਆਂ ਹੋਇਆ ਗੁਰੂ ਬਾਬਾ ਜੀ ਇਸ ਥਾਂ ਤੋਂ ਫਿਰ
ਭਾਈ ਬਾਲਿਆਲ ਮਰਦਾਨੇ ਦੇ ਸਮੇਤ ਅੱਗੇ ਨੂੰ ਤੁਰ ਪਏ ਹਨ। ਤਬ ਕੰਚਨ ਕੀ ਧਰਣੀ ਤਹਿ ਆਈ। ਥੋੜੀ ਦੂਰ ਜਾ ਕਰਕੇ ਜਦੋਂ ਭਾਈ ਮਰਦਾਨੇ ਨੇ ਮਾਰੀ ਨਿਗਾਹ ਵੀ ਤਾਂ ਚਾਰੇ ਪਾਸੇ ਆ ਸੋਨੇ ਦੀ ਜਿਹੜੀ ਧਰਤੀ ਦਿਸਣ ਲੱਗ ਪਈ ਹੈ। ਸਵਈਆ ਤਾਹੇ ਬਿਲੋਕਤ ਹੀ ਹਰਖਾ। ਸੋਨੇ ਦੀ ਧਰਤੀ ਦੇਖਣ ਸਾਰ ਭਾਈ ਮਰਦਾਨੇ ਦੇ ਮਨ ਦੇ ਵਿੱਚ ਬੜੀਆਂ ਖੁਸ਼ੀਆਂ, ਬੜੇ ਚਾਅ ਚੜ ਗਏ ਨਹੀਂ ਕਿਤਨਾ ਆ ਚਾਰੇ ਪਾਸੇ ਸੋਨਾ ਹੀ ਸੋਨਾ ਦਿਸ ਰਿਹਾ ਹੈ। ਕਰ ਬੰਦ ਕਹਿ ਗੁਰ ਸੋ ਮਰਦਾਨਾ। ਆ ਸਮੇਂ ਭਾਈ ਮਰਦਾਨਾ ਜੀ ਦੋਵੇਂ ਹੱਥ ਜੋੜ ਕਰਕੇ ਨਾ ਫਿਰ ਸਤਿਗੁਰੂ ਜੀ ਦੇ ਅੱਗੇ ਬੇਨਤੀ ਕਰਨ ਲੱਗ ਪਏ। ਦੇਖਤ ਮੈਂ ਬਿਸਮਾਦ ਭਇਓ। ਸੱਚੇ ਪਾਤਸ਼ਾਹ ਆ ਸੋਨੇ ਦੀ ਧਰਤੀ ਨੂੰ ਦੇਖ ਕਰਕੇ ਮੈਂ ਮਨ ਦੇ ਵਿੱਚ ਬੜਾ ਹੈਰਾਨ ਹੋ ਗਿਆ ਵੀ ਕਿਤਨਾ ਚਾਰੇ ਪਾਸੇ ਸੋਨਾ ਹੀ ਸੋਨਾ ਨਜ਼ਰ ਆ ਰਿਹਾ ਹੈ। ਕਿਸੇ ਨੂੰ 2-4 ਤੋਲੇ ਕਿਤੇ ਮਿਲ ਜਾਣ, ਉਹ ਵੀ ਲੋਕਾਂ ਤੋਂ ਛੁਪਾ ਛੁਪਾ ਕੇ ਆਪਣੇ ਘਰਾਂ ਦੇ ਵਿੱਚ ਮਨੁੱਖ ਰੱਖਦੇ ਹਨ ਵੀ ਕਦੇ ਕਿਤੇ ਕਿਸੇ ਨੂੰ ਪਤਾ ਨਾ ਲੱਗ ਜੇ ਕਿਤੇ CID ਮਿਲ ਗਈ ਕੋਈ ਪਤਾ ਨਹੀਂ। ਰਾਤ ਬਰਾਤੇ ਚੋਰਾਂ ਨੇ ਆ ਕਰਕੇ ਮੈਨੂੰ ਲੁੱਟ ਲੈਣਾ ਨਾ, ਪਰ ਇੱਥੇ ਚਾਰੇ ਪਾਸੇ ਸੋਨਾ ਹੀ ਸੋਨਾ ਦੀਂਦਾ ਹੈ। ਜਿਸ ਸੋਨੇ ਨੂੰ ਲੋਕੀ ਪਤਾ ਨਹੀਂ ਕਿਤਨੇ ਪਰਦਿਆਂ ਦੇ ਵਿੱਚ ਆਪਣੇ ਘਰਾਂ ਦੇ ਅੰਦਰ ਲੁਕਾ ਕਰਕੇ ਰੱਖਦੇ ਹਨ। ਸਭ ਹੀ ਧਰਨੀ ਪਰ ਹੀਮ ਮਹਾਨਾ। ਸੱਚੇ ਪਾਤਸ਼ਾਹ ਦਾ ਚਾਰੇ ਪਾਸੇ ਸੋਨਾ ਹੀ ਸੋਨਾ ਧਰਤੀ ਦੇ ਉੱਪਰ ਦਿਸਣ ਲੱਗ ਪਿਆ ਹੈ। ਹੈ ਸਰਤਾ ਜਿਨ ਮੈਂ ਰਸ ਸੁੰਦਰ। ਇਸੇ ਤਰ੍ਹਾਂ ਜਿਹੜੀਆਂ ਨਦੀਆਂ ਉਹ ਵੀ ਐਸੇ ਅੰਮ੍ਰਿਤ ਦੇ ਰਸ ਨਾਲ ਭਰੀਆਂ ਹੋਈਆਂ ਬਹਿ ਰਹੀਆਂ ਸਨ। ਮਾਨਵ ਏਕ ਨਹੀਂ ਇਸ ਥਾਨਾ। ਸੱਚੇ ਪਾਤਸ਼ਾਹ ਇੱਥੇ ਕੋਈ ਆਲੇ ਦੁਆਲੇ ਨਾ ਕੋਈ ਇਸਤਰੀ ਨਾ ਕੋਈ ਪੁਰਸ਼ ਤਾਂ ਦੀਂਦਾ ਨਹੀਂ। ਉਹ ਜ਼ਾੜ ਬਿਆਵਾਨੀ ਆ ਚਾਰੇ ਪਾਸੇ ਦੌਰ ਤੱਕ ਪਏ ਹਨ। ਕੰਚਨਿਓ ਰਸ ਬਾਦ ਪਰਿਓ ਸਭ। ਮੈਨੂੰ ਤਾਂ ਇਹ ਲੱਗਦਾ ਵੀ ਆ ਜਿਹੜਾ ਬੜਾ ਸੋਨਾ ਤੇ ਅੰਮ੍ਰਿਤ ਦੇ ਨਾਲ ਭਰੀਆਂ ਹੋਈਆਂ ਨਦੀਆਂ ਬਸ ਐਵੇਂ ਹੈ, ਸਾਰੀਆਂ ਵਿਅਰਥ ਪਈਆਂ ਨੇ। ਕੋਈ ਵੀ ਇਹਨਾਂ ਦੀ ਆ ਕਰਕੇ ਵਰਤੋਂ ਨਹੀਂ ਕਰਦਾ। ਜੋ ਸੁਨ ਸ੍ਰੀ ਗੁਰ ਬੈਨ ਬਖਾਨਾ। ਇਹ ਸੁਣ ਕਰਕੇ ਉਸ ਸਮੇਂ ਗੁਰੂ ਬਾਬਾ ਜੀ ਨੇ ਬਚਨ ਕੀਤਾ ਭਾਈ ਮਰਦਾਨਾ ਜੀ ਨੂੰ। ਸਵਈਆ ਪ੍ਰੀਤਮ ਜੋ ਕਰਤਾਰ ਕੀ ਸੇਵਕ। ਸਤਿਗੁਰੂ ਜੀ ਕਹਿ ਲੱਗੇ ਮਰਦਾਨਿਆ ਇਸ ਸੋਨੇ ਦੇ ਅੰਮ੍ਰਿਤ ਦੀਆਂ ਨਦੀਆਂ ਨੂੰ ਕਿਤੇ ਇਉਂ ਨਾ ਸਮਝੀ ਵੀ ਐਵੇਂ ਬਸ ਵਿਅਰਥ ਪਈਆਂ ਨੇ। ਇਹਨਾਂ ਦਾ ਜਿਹੜਾ ਪਾਣੀ ਕਿਸੇ ਕੰਮ ਤਾਂ ਆਉਂਦਾ ਨਹੀਂ। ਕਾਹਦੇ ਵਾਸਤੇ? ਪਰਮਾਤਮਾ ਨੇ ਪੈਦਾ ਕਰਤੀਆਂ ਇਤਨੀਆਂ ਵੱਡੀਆਂ ਵੱਡੀਆਂ ਅੰਮ੍ਰਿਤ ਰਸ ਦੇ ਨਾਲ ਜਿਹੜੀਆਂ ਭਰੀਆਂ ਹੋਈਆਂ ਨਦੀਆਂ, ਪਰ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਬੜੇ ਪ੍ਰੀਤਮ ਪਿਆਰੇ ਉਹਦੇ ਚਰਨਾਂ ਦੇ ਸੇਵਕ ਦਾਸ ਬੰਦਗੀ ਦੇ ਵਿੱਚ ਜਿਹੜੀਆਂ ਰੂਹਾਂ ਹਰ ਵਕਤੀ ਜੁੜੀਆਂ ਰਹਿੰਦੀਆਂ ਹਨ। ਪ੍ਰਾਪਤ ਹੋਵੇ ਤਿਨ ਕੋ ਸੁਖਦਾਈ। ਇਹ ਜਿਹੜੇ ਪਦਾਰਥ ਦਰਅਸਲ ਉਹਨਾਂ ਮਹਾਂਪੁਰਖਾਂ ਨੂੰ ਪਰਮਾਤਮਾ ਦੇ ਪਿਆਰਿਆਂ ਨੂੰ ਤਾਂ ਸੁਤੇ ਸਿੱਧੀ ਇੱਥੋਂ ਪ੍ਰਾਪਤ ਹੋ ਜਾਂਦੇ ਨੇ। ਮਾਨਵ ਔਰ ਨਾ ਆਈ ਸਕੈ। ਸਤਿਗੁਰੂ ਜੀ ਕਹਿਣ ਲੱਗੇ ਵੀ ਜਿਹੜੇ ਮਾਤ ਲੋਕ ਦੀ ਧਰਤੀ ਦੇ ਉੱਪਰ ਰਹਿਣ ਵਾਲੇ ਮਨੁੱਖ ਉਹ ਕਦੇ ਇੱਥੇ ਪਹੁੰਚ ਨਹੀਂ ਸਕਦੇ ਹਨ। ਤਿਨ ਪੀਵਨ ਜੋਗ ਨਹੀਂ ਗਰਬਾਈ। ਜੇ ਉਹਨਾਂ ਨੇ ਕਿਤੇ ਪੀ ਵੀ ਲਿਆ ਵੈਸੇ ਉਹਨਾਂ ਦੇ ਛਕਣ ਦੇ ਯੋਗ ਤਾਂ ਹੈ ਨਹੀਂ। ਇਹ ਜਿਹੜਾ ਅੰਮ੍ਰਿਤ ਤੂੰ ਆ ਸਾਹਮਣੇ ਨਦੀਆਂ ਦੇ ਵਿੱਚ ਭਰਿਆ ਹੋਇਆ ਦੇਖ ਰਿਹਾ, ਜੇ ਕਿਤੇ ਪੀ ਵੀ ਲੈਣਗੇ ਉਹਨਾਂ ਦੇ ਮਨ ਦੇ ਵਿੱਚ ਨਾ ਬੜਾ ਮਾਨ ਹੰਕਾਰ ਪੈਦਾ ਹੋ ਜੂ। ਆਪਣਾ ਆਪ ਜਨਾਬਨ ਜੀ ਨਹਿ। ਉਹਨਾਂ ਨੇ ਅੰਮ੍ਰਿਤ ਰਸ ਪੀ ਕੇ ਆਪਣਾ ਆਪ ਸੰਸਾਰ ਦੇ ਲੋਕਾਂ ਨੂੰ
ਜਣਾਉਣ ਲੱਗ ਪੈਣਾ ਵੀ ਮੇਰੇ ਸਮਾਨ ਕਿਹੜਾ ਜੀ। ਮੇਰੇ ਅੰਦਰ ਤਾਂ ਬੜੀਆਂ ਸ਼ਕਤੀਆਂ ਤਾਕਤਾਂ ਪੈਦਾ ਹੋ ਗਈਆਂ। ਖਬਰਦਾਰ, ਜਿਹੜਾ ਕੋਈ ਆ ਕਰਕੇ ਮੈਨੂੰ ਘੱਟ ਵੱਧ ਬੋਲੂ ਉਹਨਾਂ ਨੂੰ ਦੇ ਲਓ, ਫਿਰ ਮੈਂ ਫੂਕ ਮਾਰ ਕੇ ਆਕਾਸ਼ ਦੇ ਵਿੱਚ ਉਡਾ ਦਿਉ। ਐਸਾ ਮਾਣ ਹੰਕਾਰ ਉਹਨਾਂ ਦੇ ਹਿਰਦੇ ਦੇ ਅੰਦਰ ਨਾ ਪੈਦਾ ਹੋ ਜਾਣਾ ਹੈ। ਈਵਤ ਸੇ ਨਿਤ ਹੋ ਤਿਪਤਾਈ। ਪਰ ਜਿਹੜੇ ਰੱਬ ਦੇ ਪਿਆਰੇ ਉਹ ਇਸ ਅੰਮ੍ਰਿਤ ਰਸ ਨੂੰ ਛਕ ਕਰਕੇ ਨਾ ਸਦਾ ਦੇ ਲਈ ਤ੍ਰਿਪਤ ਹੋ ਜਾਂਦੇ ਹਨ। ਉਹਨਾਂ ਦੀਆਂ ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖਾ ਹੈ ਖਾਏ ਚਲਿਆ ਦੁੱਖ। ਵੀ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦੀ ਭੁੱਖ ਲੱਗ ਗਈ ਨਾ, ਉਹ ਫਿਰ ਆਪਣੇ ਤਨ ਔਰ ਮਨ ਦੇ ਸਾਰੇ ਦੁੱਖਾਂ ਨੂੰ ਹੀ ਸਦਾ ਵਾਸਤੇ ਨਾਸ ਕਰ ਲੈਂਦੇ ਹਨ। ਇਹ ਜਿਹੜਾ ਅੰਮ੍ਰਿਤ ਰਸ ਤੋਂ ਨਦੀਆਂ ਦੇ ਵਿੱਚ ਭਰਿਆ ਹੋਇਆ ਦੇਖਦਾ ਨਾ, ਇਹ ਆ ਕੇ ਭਗਤ ਜਨ ਰੱਬ ਦੇ ਪਿਆਰੇ ਉਹ ਜ਼ਰੂਰ ਇਸ ਨੂੰ ਛਕ ਸਕਦੇ ਹਨ। ਭੁੱਖ ਲੱਗੇ ਨਹਿ ਪਿਆਸ ਕਬੈ। ਜਿਨ੍ਹਾਂ ਨੇ ਹੁਣ ਅੰਮ੍ਰਿਤ ਪ੍ਰਾਪਤ ਕਰ ਲਿਆ ਉਹਨਾਂ ਦੀ ਭੁੱਖ ਵੀ ਤੇ ਪਿਆਸ ਦੋਵੇਂ ਹੀ ਸਦਾ ਵਾਸਤੇ ਨਾਸ ਹੋ ਜਾਣੀਆਂ ਹਨ। ਜਿਹੜਾ ਅੰਮ੍ਰਿਤ ਪੀਵੋ ਸਦਾ ਸਿਰ ਜੀਵੋ ਹਰ ਸਿਮਰਤ ਅਨੰਦਾ ਅਨੰਤਾ, ਉਹ ਸਦਾ ਵਾਸਤੇ ਅਮਰ ਹੋ ਜਾਣੇ ਨੇ। ਜਿਹੜੇ ਹੋ ਗਏ ਅਮਰ ਉਹਨਾਂ ਦੇ ਨੇੜੇ ਤੇੜੇ ਫਿਰ ਆ ਭੁੱਖ ਪਿਆਸ ਕਿਵੇਂ ਪਹੁੰਚ ਸਕਦੀ ਹੈ। ਹਰ ਨਾਮ ਕੇ ਸੰਗ ਰਹੇ ਲਿਬਲਾਈ। ਉਹ ਫਿਰ ਨਾ ਸਦਾ ਦੇ ਲਈ ਪਰਮਾਤਮਾ ਦੇ ਨਾਮ ਦੇ ਨਾਲ ਹੀ ਆ ਜਿਹੜੀ ਬਿਰਤੀ ਹੁਣ ਤਾਂ ਭਾਵੇਂ ਆਮ ਜੀਵਾਂ ਦੀ ਹੁੰਦੀ ਹੈ, ਸੰਸਾਰ ਦੇ ਨਾਲ ਜੁੜੀ ਹੋਈ ਜਿਹਨੂੰ ਸੰਸਾਰਕ ਬਿਰਤੀ ਕਹਿ ਦਿੰਦੇ ਹਨ। ਪਰ ਉਹ ਆਪਣੀ ਬਿਰਤੀ ਨੂੰ ਅੰਤਰ ਮੁੱਖ ਕਰਕੇ ਇਹਨੂੰ ਪ੍ਰਭੂ ਦੇ ਚਰਨਾਂ ਦੇ ਨਾਲ ਹੀ ਜੋੜ ਦਿੰਦੇ ਨੇ ਸਦਾ ਵਾਸਤੇ। ਕਵਿਤ ਸੁਨ ਮਰ ਜਾਨਾ ਮਨ ਮਾਹੇ ਹਰ ਖਾਨਾ ਤਬ। ਆ ਸਮੇਂ ਭਾਈ ਮਰਦਾਨਾ ਜੀ ਸੁਣ ਕਰਕੇ ਮਹਾਰਾਜ ਦੇ ਅਗਾਮੀ ਬਚਨ ਮਨ ਦੇ ਵਿੱਚ ਬੜਾ ਹੈਰਾਨ ਹੋਣ ਲੱਗ ਪਿਆ। ਬਚਨ ਬਖਾਨਾ ਦੀਕ ਕਰਨਾ ਨਿਧਾਨ ਕੋ। ਕਰਨਾ ਨਿਧਾਨ, ਕਰਨਾ ਦੇ ਸਾਗਰ, ਦਇਆ ਦੇ ਸਮੁੰਦਰ ਸਤਿਗੁਰੂ ਜੀ ਦਾ ਦਰਸ਼ਨ ਕਰਕੇ ਭਾਈ ਮਰਦਾਨਾ ਜੀ ਨੇ ਫਿਰ ਬੇਨਤੀ ਕੀਤੀ ਹੈ। ਆਇਸ ਜੋ ਪਾਉ ਕਰ ਪਾਨ ਤਿਪਤਾਉ। ਸੱਚੇ ਪਾਤਸ਼ਾਹ ਵੀ ਜੇ ਆਪ ਦੀ ਆਗਿਆ ਹੋਵੇ ਹੁਕਮ ਕਰੋ, ਮੈਂ ਵੀ 2-4 ਘੁੱਟਾਂ ਜਾ ਕਰਕੇ ਇਹਨਾਂ ਨਦੀਆਂ ਦੇ ਵਿੱਚੋਂ ਅੰਮ੍ਰਿਤ ਛਕ ਲਾਂ, ਜੇ ਆਪ ਮੈਨੂੰ ਹੁਕਮ ਕਰੋਗੇ। ਉਹਦਾ ਪਿਆਸ ਕੋ ਮਿਟਾਉ ਕਰੋ ਨਾਸ਼ ਸਭ ਮਾਨ ਕੋ। ਸੱਚੇ ਪਾਤਸ਼ਾਹ ਵੀ ਇਸ ਅੰਮ੍ਰਿਤ ਨੂੰ ਪੀ ਕਰਕੇ ਨਾ ਮੇਰੀ ਭੁੱਖ ਤੇ ਪਿਆਸ ਇਹ ਵੀ ਨਾ ਸੋ ਜਾਣੀਆਂ ਨੇ, ਤੇ ਮਨ ਦੇ ਵਿੱਚੋਂ ਜਿਹੜਾ ਮਾਨ ਘਾਰੀ ਵੀ ਸਦਾ ਦੇ ਲਈ ਨਿਕਲ ਜਾਣਾ। ਮੰਦ ਮੁਸਕਾਏ ਗੁਰੂ ਬਚਨ ਅਲਾਈ। ਉਸ ਸਮੇਂ ਗੁਰੂ ਬਾਬਾ ਜੀ ਨੇ ਨੂਰਾਨੀ ਚਿਹਰੇ ਤੋਂ ਹੌਲੀ ਹੌਲੀ ਮੁਸਕਰਾਉਂਦਿਆਂ ਹੋਇਆਂ ਬਚਨ ਕੀਤਾ। ਔਰ ਜਰੈ ਜੀ ਅਜਰ ਤਬ ਕੀਜੈ ਇਹ ਪਾਨ ਕੋ। ਸਤਿਗੁਰੂ ਜੀ ਕਹਿਣ ਲੱਗੇ, ਮਰਦਾਨਿਆ ਤੇਰੀ ਮਰਜ਼ੀ ਹੈ ਭਾਈ, ਜੈਨੋ ਪੀ ਕਰਕੇ ਆਪਣੇ ਅੰਦਰ ਜਰ ਲਏਗਾ ਤਾਂ ਤੂੰ ਫਿਰ ਜਾ ਕਰਕੇ ਛਕ ਵੀ ਛਕਦਾ। ਇਹਨਾਂ ਦਿੰਦਿਆਂ ਦੇ ਵਿੱਚ ਜਿਹੜਾ ਅੰਮ੍ਰਿਤ ਭਰਿਆ ਹੋਇਆ ਹੈ। ਚਿਰਨ ਕਾਲ ਭਇਓ ਤੁਮ ਸੰਗ ਵਿਚਰਨ ਲਿਓ ਕੀਜੈ ਅਬ। ਉਸ ਸਮੇਂ ਭਾਈ ਮਰਦਾਨਾ ਜੀ ਨੇ ਦੋਵੇਂ ਹੱਥ ਜੋੜੇ, ਸੱਚੇ ਪਾਤਸ਼ਾਹ ਆਪ ਦੇ ਚਰਨਾਂ 'ਚ ਮੈਂ ਰਹਿ ਕਰਕੇ ਕਿਤਨੇ ਸਾਲ ਬਤੀਤ ਕਰ ਦਿੱਤੇ, ਅਜੇ ਵੀ ਆਪ ਦੀ ਕਿਰਪਾ ਦੁਆਰਾ ਮੈਨੂੰ ਫਿਰ ਇਹ ਅੰਮ੍ਰਿਤ ਪੀ ਕਰਕੇ ਜਰਨ ਦੀ ਜਿਹੜੀ ਸ਼ਕਤੀ ਤਾਕਤ ਕਿਉਂ ਨਹੀਂ ਪ੍ਰਾਪਤ ਹੋਏਗੀ। ਕੀਜੈ ਕਬ ਦਇਆ
या वर दीजिए पहचान को। ਭਾਈ ਮਰਦਾਨਾ ਜੀ ਨੇ ਹੱਥ ਜੋੜੇ, ਸੱਚੇ ਪਾਤਸ਼ਾਹ ਆਪਣੀ ਰਸਨਾ ਤੋਂ ਵਰ ਦੇ ਦਿਓ ਮੈਨੂੰ, ਜਿਸ ਕਰਕੇ ਫਿਰ ਇਸ ਅੰਮ੍ਰਿਤ ਨੂੰ ਪੀ ਕਰਕੇ ਨਾ ਮੈਂ ਆਪਣੇ ਹਿਰਦੇ ਦੇ ਅੰਦਰ ਹੀ ਜਰ ਲੈਣਾ ਹੈ। या लेकर आयस श्री गुर की तब। ਭਾਈ ਮਰਦਾਨਾ ਜੀ ਉਸ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨਾ ਆਗਿਆ ਪਾ ਕਰਕੇ ਪੀਵਤ ਭਾਰਸ ਸੋ ਮਰਦਾਨਾ। ਉਹਨਾਂ ਨਦੀਆਂ ਚੋਂ ਜਾ ਕਰਕੇ ਭਾਈ ਮਰਦਾਨਾ ਜੀ ਨੇ ਅੰਮ੍ਰਿਤ ਰਸ ਛਕ ਲਿਆ। ਹੋਏ ਵਿਧੀ ਗਇਓ ਖਿਨ ਤਾਂ। ਜਦੋਂ ਹੀ ਭਾਈ ਮਰਦਾਨਾ ਜੀ ਦੇ ਉਹ ਅੰਮ੍ਰਿਤ ਅੰਦਰ ਗਿਆ, ਨਾਲ ਦੀ ਨਾਲ ਭਾਈ ਮਰਦਾਨਾ ਜੀ ਬਦੇ ਮੁਕਤ ਹੋ ਗਏ। ਆਪਣੇ ਆਪ ਦਾ ਕੋਈ ਪਤਾ ਨਹੀਂ ਲੱਗਦਾ ਵੀ ਜਿਵੇਂ ਭਾਈ ਰਾਮ ਕੌਰ ਜੀ, ਉਹ ਵੀ ਹਮੇਸ਼ਾ ਵਾਸਤੇ ਬਦੇ ਮੁਕਤ ਦੀ ਜਿਹੜੀ ਅਵਸਥਾ ਹੈ ਉਹਦੇ ਵਿੱਚ ਹੀ ਰਿਹਾ ਕਰਦੇ ਸੀ। ਭਾਈ ਰਾਮ ਕੌਰ ਜੀ ਬਾਬਾ ਬੁੱਢਾ ਜੀ ਦੀ ਵੰਨ ਦੇ ਵਿੱਚ ਪੈਦਾ ਹੋਣ ਵਾਲੇ, ਇਹ ਵਾਰਤਾ ਪਹਿਲਾਂ ਵੀ ਕਥਾ ਦੇ ਵਿੱਚ ਆ ਚੁੱਕੀ ਹੈ, ਕਈ ਪ੍ਰੇਮੀਆਂ ਨੇ ਸੁਣ ਵੀ ਲਈ ਹੋਵੇਗੀ। ਜਦੋਂ ਭਾਈ ਰਾਮ ਕੌਰ ਜੀ ਨੇ ਲੰਗਰ ਪਾਣੀ ਛਕਣਾ ਤੇ ਉਸ ਸਮੇਂ ਇੱਕ ਜਿਹੜੀ ਰੱਸੀ ਸੇਵਕ ਨੇ ਆਪਣੇ ਪਾਸ ਰੱਖੀ ਹੁੰਦੀ, ਜਦੋਂ ਦੇਖ ਲਾਉਣਾ ਵੀ ਹੁਣ ਪੇਟ ਥੋੜਾ ਜਿਹਾ ਲੰਗਰ ਪਾਣੀ ਦੇ ਨਾਲ ਉੱਪਰ ਨੂੰ ਹੋ ਗਿਆ, ਨਹੀਂ ਤਾਂ ਫਿਰ ਭਾਈ ਰਾਮ ਕੌਰ ਜੀ ਉਸੇ ਤਰ੍ਹਾਂ ਆਪਣੀ ਮੌਤ ਦੇ ਵਿੱਚ ਲੰਗਰ ਪਾਣੀ ਛਕੀ ਜਾਂਦੇ। ਪੁੱਛਣਾ ਭਾਈ ਗੁਰਮੁਖਾ ਦੱਸ ਰਮਦਾਸ ਕੇ ਰੱਜ ਗਏ ਨੇ ਜਾਂ ਫਿਰ ਅਜੇ ਕੋਈ ਥੋੜੀ ਬਹੁਤੀ ਭੁੱਖ ਰਹਿੰਦੀ ਹੈ। ਉਹਨੇ ਫਿਰ ਰੱਸੀ ਦੇ ਨਾਲ ਮਿਣ ਕਰਕੇ ਅੰਦਾਜ਼ਾ ਲਗਾ ਲੈਣਾ ਵੀ ਇਤਨਾ ਕੁ ਜਿਹੜਾ ਭੋਜਨ ਪਾਣੀ ਛਕ ਕਰਕੇ ਇਹਨਾਂ ਦਾ ਪੇਟ ਉੱਪਰ ਨੂੰ ਹੋ ਜਾਂਦਾ। ਉਹਨੂੰ ਕਹਿੰਦੇ ਨੇ ਬਦੇ ਮੁਕਤ। ਆਪਣੇ ਆਪ ਦਾ ਕੋਈ ਵੀ ਪਤਾ ਨਹੀਂ ਲੱਗਣਾ। ਬਾਬਾ ਧਿਆਨਾ ਜੀ ਵਰਗੇ ਪੂਰਨ ਤਤਵ ਤੇ ਮਹਾਂਪੁਰਖ, ਉਹਨਾਂ ਨੂੰ ਤਾਂ ਆਪਣੀ ਕਿਰਿਆ ਦਾ ਵੀ ਕੋਈ ਪਤਾ ਨਹੀਂ ਸੀ ਲੱਗਦਾ ਵੀ ਕਿਹੜੇ ਵੇਲੇ ਸਾਡੇ ਸਰੀਰ ਦੀ ਕਿਰਿਆ ਹੋ ਗਈ। ਜਦੋਂ ਭਾਈ ਮਰਦਾਨਾ ਜੀ ਨੇ ਗੁਰੂ ਬਾਬਾ ਜੀ ਦੀ ਪਾ ਕਰਕੇ ਨਾ ਆਗਿਆ, ਉਹਨਾਂ ਨਦੀਆਂ ਦੇ ਵਿੱਚੋਂ ਐਸਾ ਅੰਮ੍ਰਿਤ ਆਪਣੇ ਅੰਦਰ ਲੰਘਾਇਆ, ਨਾਲ ਦੇ ਨਾਲ ਭਾਈ ਮਰਦਾਨਾ ਜੀ ਬਦੇ ਮੁਕਤ ਹੋ ਗਏ ਸਨ। ਦਸਵੇਂ ਦਰ ਜਾਈ ਲੱਗਾ ਸ਼ੁਭ ਧਿਆਨਾ। ਹੁਣ ਭਾਈ ਮਰਦਾਨਾ ਜੀ ਦਾ ਜਿਹੜਾ ਧਿਆਨ ਉਸੇ ਵਕਤ ਬਸ 10 ਦੁਆਰ ਦੇ ਵਿੱਚ ਆ ਜੁੜ ਗਿਆ। ਜਾਮ ਸੋਈ ਕਾ ਖੁੱਲੇ ਤਿਹ ਨੈਣ। ਇੱਕ ਪੈਰ ਉਸੇ ਤਰ੍ਹਾਂ ਭਾਈ ਮਰਦਾਨਾ ਜੀ ਨੇ ਬਸ ਸਮਾਧੀ ਦੇ ਵਿੱਚ ਬੈਠ ਕਰਕੇ ਬਤੀਤ ਕਰਤਾ। ਇੱਕ ਪੈਰ ਤੋਂ ਬਾਅਦ ਫਿਰ ਆਪਣੇ ਜਿਹੜੇ ਨੇਤਰ ਖੋਲੇ ਭਾਈ ਮਰਦਾਨਾ ਜੀ ਨੇ। ਭਇਓ ਪਗ ਮੋਹ ਬਹੀਨ ਸੋ ਜਾਨਾ। ਉਸ ਵਕਤ ਆ ਜਿਹੜੀ ਦੁਨੀਆ ਦੀ ਮੋਹ ਮਮਤਾ ਭਾਈ ਮਰਦਾਨਾ ਜੀ ਦੇ ਮਨ ਦੇ ਵਿੱਚੋਂ ਗੁਰੂ ਬਾਬਾ ਜੀ ਨੇ ਬਿਲਕੁਲ ਜੜ੍ਹਾਂ ਤੋਂ ਹੀ ਨਾਸ ਕਰ ਦਿੱਤੀ। ਮੇਰ ਔ ਤੀਰ ਭੁਲਾਈ ਗਇਓ। ਉਸ ਸਮੇਂ ਜੋ ਮੇਰ ਔਰ ਤੇਰ, ਮੇਰੀਆਂ ਤੇਰੀਆਂ ਜੋ ਵੀ ਇਸ ਮਨੁੱਖ ਨੇ ਮਨ ਦੇ ਅੰਦਰ ਐਸੀਆਂ ਵਾਸ਼ਨਾਵਾਂ ਧਾਰਨ ਕੀਤੀਆਂ ਹੋਈਆਂ ਹਨ ਵੀ ਆ ਮੇਰਾ ਪਰਿਵਾਰ ਹੈ, ਆ ਮੇਰੀਆਂ ਵੱਡੀਆਂ ਵੱਡੀਆਂ ਕੋਠੀਆਂ, ਇਤਨੀਆਂ ਮੈਂ ਪ੍ਰਾਪਰਟੀਆਂ, ਇਤਨੇ ਵੱਡੇ ਵੱਡੇ ਫਾਰਮ ਬਣਾ ਲਏ। ਇਹਦੇ ਨਾਲ ਆ ਜਿਹੜੀ ਸਾਡੀ ਕੁਲ ਦੇ ਵਿੱਚ ਪੈਦਾ ਹੋਣ ਵਾਲੇ ਇਹਨਾਂ ਤੋਂ ਬਸ ਇਹ ਮਾਇਆ ਪੁਸਤਾਂ ਤੱਕ ਨਹੀਂ ਮੁੱਕਣੀ, ਜਿੰਨੀ ਮਰਜ਼ੀ ਖਰਚੀ ਖਾਈ ਜਾਣ। ਇਹੋ ਜੀ ਮੇਰ ਤੇਰ
ਭਾਈ ਮਰਦਾਨਾ ਜੀ ਦੇ ਮਨ ਦੇ ਵਿੱਚੋਂ ਮਹਾਰਾਜ ਨੇ ਦੂਰ ਕਰ ਦਿੱਤੀ ਹੈ। ਔਰ ਗਿਆਨ ਭਇਓ ਮਿਟ ਗਇਓ ਅਗਿਆਨਾ। ਅਗਿਆਨ ਦਾ ਹੋ ਗਿਆ ਨਾਸ। ਭਾਈ ਮਰਦਾਨਾ ਜੀ ਨੇ ਔਰ ਗੁਰੂ ਬਾਬਾ ਜੀ ਨੇ ਗਿਆਨ ਦੀ ਦਾਤ ਬਖਸ਼ ਦਿੱਤੀ ਹੈ। ਕਰ ਬੰਦ ਉਬੀ ਕਰ ਬੰਧਨ ਪਾਈ। ਉਸ ਬਾਤ ਭਾਈ ਮਰਦਾਨਾ ਜੀ ਮਹਾਰਾਜ ਦੇ ਅੱਗੇ ਦੋਵੇਂ ਹੱਥ ਜੋੜ ਕੇ ਬਾਰ ਬੇਨਤੀਆਂ ਕਰਨ ਲੱਗ ਪਏ ਸਨ। ਹੁਣ ਜਿਸ ਪ੍ਰਕਾਰ ਦੀਨ ਦੁਨੀਆ ਦੇ ਮਾਲਕ ਨੇ ਇੱਥੋਂ ਆਪਣੇ ਡੇਰੇ ਸਮੇਰ ਪਰਬਤ ਦੇ ਵੱਲ ਕੂਚ ਕਰਨੇ ਹਨ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੀ ਗੁਰ ਸਿੱਖਾਂ ਤਾਈ ਨੇ ਆਲ ਕਰ ਰਹੇ ਨੇ। ਮੇਰਿਓ ਤੇਰ ਭੁਲਾਈ ਦਿਓ ਔਰ ਗਿਆਨ ਭਇਓ ਮਿਟ ਗਇਓ ਅਗਿਆਨਾ। ਮੇਰਿਓ ਤੇਰ ਭੁਲਾਈ ਦਿਓ ਔਰ ਗਿਆਨ ਭਇਓ ਮਿਟ ਗਇਓ ਅਗਿਆਨਾ। ਏ ਚੌਥੇ ਪਾਰ ਬ੍ਰਹਮਾ ਅਵਨਾਸੀ ਅਗ